ਮਨ ਦੇ ਪੰਛੀ ਛੁਪੇ ਨਹੀਂ ਰਹਿੰਦੇ, ਮਨ ਦੇ ਪੰਛੀ ਛੁਪੇ ਨਹੀਂ ਰਹਿੰਦੇ, ਮੁੜ ਮੁੜ ਉਡਾਰੀਆਂ ਲਾਉਂਦੇ ਨੇ। ਕਲਾ ਹੁਨਰ ਜੇ ਤਰਾਸ਼ਦੇ ਰਹੀਏ, ਨਿਖਰ ਕੇ ਸਾਹਮਣੇ ਆਉਂਦੇ ਨੇ, ਨਿਖਰ ਕੇ ਸਾਹਮਣੇ ਆਉਂਦੇ ਨੇ। ਨਮਸਤੇ, ਆਦਾਬ, ਸਤਿ ਸ੍ਰੀ ਅਕਾਲ। ਗਗਨ ਰੇਡੀਓ ਸੁਣ ਰਹੇ ਮੇਰੇ ਪਿਆਰੇ ਅਜ਼ੀਜ਼ ਦੋਸਤੋ, ਮੈਂ ਤੁਹਾਡੀ ਆਪਣੀ ਜਸਵਿੰਦਰ ਕੌਰ ਜੱਸੀ ਪ੍ਰੋਗਰਾਮ ਜ਼ਿੰਦਗੀ ਜ਼ਿੰਦਾਬਾਦ 'ਚ ਇੱਕ ਵਾਰ ਫੇਰ ਹਾਜ਼ਰ ਹਾਂ, ਤੁਹਾਡੇ ਨਾਲ ਆਪਣਾ ਸਾਹਿਤਕ ਸਫ਼ਰ ਸਾਂਝਾ ਕਰਨ ਲਈ। ਗੱਲ ਏ 1999-90 ਦੀ, ਜਦ ਮੈਂ 12 ਕੁ ਵਰ੍ਹਿਆਂ ਦੀ ਸੀ। ਸਕੂਲ ਦੀ ਨੀਲੀ ਵਰਦੀ ਪਾਈ, ਅੱਖਾਂ 'ਤੇ ਚਸ਼ਮਾ ਅਤੇ ਦਿਨ ਰਾਤ ਕਿਤਾਬਾਂ 'ਚ ਗੁਆਚੀ ਰਹਿਣ ਵਾਲੀ ਮਾਸੂਮ ਜਿਹੀ ਕੁੜੀ। ਨਾ ਕਿਸੇ ਨਾਲ ਹੱਸਣਾ, ਨਾ ਖੇਡਣਾ, ਨਾ ਹੀ ਬਹੁਤਾ ਬੋਲਣਾ। ਬਸ ਜਿੰਨੀ ਗੱਲ ਕਿਸੇ ਨੇ ਪੁੱਛਣੀ ਓਨਾ ਜਵਾਬ ਦੇ ਦੇਣਾ। ਜਮਾਤੀਆਂ ਲਈ ਪੜ੍ਹਾਕੂ ਜੱਸੀ ਸਾਂ ਮੈਂ। ਇੱਕ ਦਿਨ ਪੜ੍ਹਦੇ ਪੜ੍ਹਦੇ ਮਨ ਦਾ ਪੰਛੀ ਉਡਾਰੀਆਂ ਲਾਉਣ ਲੱਗਾ, ਦੂਰ ਕਿਤੇ ਖਿਆਲਾਂ 'ਚ ਗੁਆਚਿਆ। ਫੇਰ ਜੋ ਸੋਚਾਂ 'ਚ ਹਰਫ ਆਏ, ਉਹਨਾਂ ਨੂੰ ਮੈਂ ਚੋਰੀ ਜਿਹੇ ਪੜ੍ਹਦੇ ਪੜ੍ਹਦੇ ਹੀ ਆਪਣੀ ਕਾਪੀ ਦੇ ਪਿੱਛੇ ਲਿਖਣਾ ਸ਼ੁਰੂ ਕਰ ਦਿੱਤਾ। ਜਦ ਲਿਖਿਆ ਤਾਂ ਬੜਾ ਸਕੂਨ ਜਿਹਾ ਮਿਲਿਆ ਮਨ ਨੂੰ। ਅਜੇ ਸਮਝ ਤਾਂ ਨਹੀਂ ਸੀ ਇੰਨੀ, ਪਰ ਜਦ ਵੇਖਿਆ ਕਿ ਮੈਂ ਜੋ ਲਿਖਿਆ ਏ ਬੜੀ ਤੁਕਬੰਦੀ ਏ ਇਸ 'ਚ, ਅਤੇ ਪੜ੍ਹ ਕੇ ਨਜ਼ਾਰਾ ਜਿਹਾ ਆਉਣ ਲੱਗਾ। ਫਿਰ ਹੌਲੀ ਹੌਲੀ ਆਪਣੇ ਆਸ ਪਾਸ ਜੋ ਚੰਗਾ ਲੱਗਣਾ ਉਹਦੇ ਬਾਰੇ ਲਿਖ ਕੇ ਵੇਖਣਾ। ਇੰਜ ਜਦ ਕਦੇ ਪੜ੍ਹਦੇ ਪੜ੍ਹਦੇ ਕੋਈ ਵਿਚਾਰ ਜਾਂ ਫੁਰਨਾ ਫੁਰਨ ਲੱਗਣਾ ਤਾਂ ਚੁੱਪਚਾਪ ਕਾਪੀ ਪਿੱਛੇ ਲਿਖ ਲੈਣਾ, ਨਾ ਕਿਸੇ ਨੂੰ ਦੱਸਣਾ, ਨਾ ਸੁਣਾਉਣਾ। ਇੱਕ ਦਿਨ ਮੇਰੀ ਟੀਚਰ ਨੇ ਮੇਰੀ ਚੋਰੀ ਫੜ ਲਈ। ਕਹਿੰਦੀ, ਦਿਖਾ ਤਾਂ ਸਹੀ ਕੀ ਲਿਖੀ ਜਾਂਦੀ ਹੈ ਕਾਪੀ ਪਿੱਛੇ। ਮੈਂ ਡਰ ਗਈ। ਟੀਚਰ ਵੀ ਬੜੀ ਡਾਢੀ ਸੀ ਅਤੇ ਮੈਂ ਕਾਪੀ ਲੁਕੋਈ ਜਾਵਾਂ। ਉਹਨੇ ਮੈਥੋਂ ਕਾਪੀ ਖੋਹੀ ਅਤੇ ਪੜ੍ਹਨ ਲੱਗ ਪਈ। ਪਰ ਮੇਰੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ ਜਦ ਮੈਂ ਵੇਖਿਆ ਕਿ ਉਹ ਮੈਨੂੰ ਡਾਂਟਣ ਦੀ ਥਾਂ ਮੇਰੇ ਵੱਲ ਵੇਖ ਕੇ ਮੁਸਕਰਾ ਰਹੀ ਸੀ। ਉਹਨੇ ਮੈਨੂੰ ਕੁਝ ਨਹੀਂ ਕਿਹਾ ਅਤੇ ਦੂਜੀ ਜੋ ਮੇਰੀ ਕਲਾਸ ਟੀਚਰ ਸੀ ਨਾ, ਉਹਨੂੰ ਦੱਸਿਆ ਕਿ ਇਹ ਤਾਂ ਬਹੁਤ ਵਧੀਆ ਤੁਕਬੰਦੀ ਕਰਦੀ ਏ। ਪਹਿਲਾਂ ਮੇਰੇ ਕੋਲੋਂ ਪੁੱਛਿਆ ਕਿ ਇਹ ਤੂੰ ਹੀ ਲਿਖਿਆ ਹੈ। ਜਿਵੇਂ ਉਹਨਾਂ ਨੂੰ ਵਿਸ਼ਵਾਸ ਜਿਹਾ ਨਹੀਂ ਸੀ ਹੋ ਰਿਹਾ ਕਿ ਇੰਨੀ ਛੋਟੀ ਉਮਰ 'ਚ ਕੋਈ ਇੰਨੀ ਲੈਅਬੱਧ ਚੀਜ਼ ਕਿਵੇਂ ਲਿਖ ਸਕਦਾ। ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤਾਂ ਮੈਮ ਲਿਖਿਆ ਤਾਂ ਮੈਂ ਹੀ ਐ, ਮੈਂ ਹੁਣੇ ਲਿਖਣਾ ਤਾਂ ਨਹੀਂ ਸੀ ਚਾਹੁੰਦੀ, ਮੈਂ ਡਰਦੇ ਡਰਦੇ ਕਿਹਾ ਕਿ ਮੈਂ ਹੁਣੇ ਲਿਖਣਾ ਨਹੀਂ ਸੀ ਚਾਹੁੰਦੀ, ਪਰ ਬਾਅਦ 'ਚ ਮੈਨੂੰ ਇਹ ਭੁੱਲ ਜਾਣਾ ਸੀ। ਘਰ ਜਾਣ ਤੱਕ ਇਹ ਵਿਚਾਰ ਤਾਂ ਮੇਰੇ ਦਿਮਾਗ 'ਚੋਂ ਨਿਕਲ ਹੀ ਜਾਣਾ ਸੀ, ਇਸ ਕਰਕੇ ਮੈਮ ਮੈਂ ਇੱਥੇ ਹੀ ਲਿਖ ਲਿਆ। ਉਹ ਦੋਵੇਂ ਮੇਰੀ ਮਾਸੂਮੀਅਤ ਵੇਖ ਕੇ ਹੱਸ ਪਏ ਅਤੇ ਕਹਿਣ ਲੱਗੇ, ਬੇਟਾ ਤੂੰ ਬਹੁਤ ਵਧੀਆ ਲਿਖਿਆ ਹੈ, ਅਸੀਂ ਤੈਨੂੰ ਹੋਰ ਵੀ ਵਿਸ਼ੇ ਦਿਆ ਕਰਾਂਗੇ, ਤੂੰ ਉਹਦੇ ਬਾਰੇ ਵੀ ਲਿਖਿਆ ਕਰੀਂ। ਇਹ ਸੁਣ ਕੇ ਮੈਂ ਫੁੱਲੀ ਨਾ ਸਮਾਈ। ਮੇਰਾ ਮਨੋਬਲ ਹੋਰ ਵੀ ਵੱਧ ਗਿਆ ਅਤੇ ਮੈਂ ਬਹੁਤ ਹੀ ਖੁਸ਼ ਹੋਈ। ਮੈਨੂੰ ਉਸ ਸਮੇਂ ਇੰਝ ਲੱਗਾ ਜਿਵੇਂ ਮੈਂ ਬਹੁਤ ਵੱਡੀ ਸਜ਼ਾ ਤੋਂ ਬਚ ਗਈ ਹੋਵਾਂ। ਮੈਂ ਘਰ ਗਈ। ਘਰ ਜਾ ਕੇ ਫਿਰ ਤੋਂ ਆਪਣੀ ਕਾਪੀ ਨੂੰ ਕੱਢਿਆ ਅਤੇ ਆਪਣੀਆਂ ਲਿਖਤਾਂ ਨੂੰ ਵਾਰ-ਵਾਰ ਪੜ੍ਹਨ ਲੱਗੀ ਕਿ ਵਾਕਈ ਮੈਂ ਕੁਛ ਚੰਗਾ ਲਿਖਿਆ ਏ। ਬਸ ਫਿਰ ਕੀ ਸੀ, ਮੇਰੇ ਸ਼ੌਂਕ ਨੂੰ ਤਾਂ ਜਿਵੇਂ ਖੰਭ ਲੱਗ ਗਏ ਅਤੇ ਮੇਰਾ ਜਦੋਂ ਜੋ ਜੀਅ ਕਰੇ ਮੈਂ ਲਿਖਣ ਲੱਗੀ। ਹੌਲੀ ਹੌਲੀ ਦੋਸਤੋ, ਜਦ ਮੇਰਾ ਲਿਖਣ ਦਾ ਸ਼ੌਂਕ ਵਧਣ ਲੱਗਾ ਤਾਂ ਮੈਂ ਹੁਣ ਇੱਕ ਕਾਪੀ ਲਗਾ ਲਈ ਅਤੇ ਛੋਟੇ ਛੋਟੇ ਸ਼ੇਰ ਲਿਖਣੇ ਸ਼ੁਰੂ ਕਰ ਦਿੱਤੇ। ਇਸ ਵਾਰ ਮੇਰੀ ਕਾਪੀ ਘਰਦਿਆਂ ਦੇ ਹੱਥ ਆ ਗਈ। ਹੁਣ ਉੱਧਰੋਂ ਡਾਂਟ, ਕੀ ਲੁਕਾ ਰਹੀ ਹੈ, ਦਿਖਾ। ਉਹਨਾਂ ਨੂੰ ਕਿਹਾ ਕਿ ਕੁਝ ਨਹੀਂ, ਇਹ ਤਾਂ ਮੈਨੂੰ ਸ਼ੌਂਕ ਹੈ ਲਿਖਣ ਦਾ, ਬਸ ਹੋਰ ਕੁਝ ਨਹੀਂ ਹੈ। ਪਰ ਉਹ ਕਿੱਥੋਂ ਮੰਨਣ। ਉਹਨਾਂ ਨੂੰ ਲੱਗਦਾ ਸੀ ਕਿ ਜੇ ਸ਼ੇਰੋ ਸ਼ਾਇਰੀ ਉਹ ਲਿਖਦੀ ਰਹੀ ਤਾਂ ਪੜ੍ਹੇਗੀ ਕਦੋਂ, ਇਹਦੇ ਨੰਬਰਾਂ ਵਿੱਚ ਫਰਕ ਪੈ ਜਾਣਾ ਹੈ। ਪਰ ਇੱਥੇ ਮੇਰੀ ਕਿਸਮਤ ਨੇ ਮੇਰਾ ਸਾਥ ਦੇ ਦਿੱਤਾ। ਜਦੋਂ ਪੀਟੀ ਮੀਟ ਹੋਈ ਅਤੇ ਉਹ ਮੇਰੇ ਅਧਿਆਪਕਾਂ ਨੂੰ ਮਿਲੇ ਅਤੇ ਉਹਨਾਂ ਨੇ ਮੇਰੀ ਮੰਮੀ ਨੂੰ ਦੱਸਿਆ ਕਿ ਇਹ ਬਹੁਤ ਸੋਹਣੀ ਕਵਿਤਾ ਲਿਖਦੀ ਹੈ। ਬਸ ਫੇਰ ਕੀ ਸੀ, ਹੁਣ ਮੇਰਾ ਰਸਤਾ ਪੂਰੀ ਤਰ੍ਹਾਂ ਸਾਫ਼ ਹੋ ਚੁੱਕਾ ਸੀ। ਮੈਨੂੰ ਮਿਲ ਚੁੱਕੀ ਸੀ ਘਰੋਂ ਅਤੇ ਸਕੂਲੋਂ ਲਿਖਣ ਦੀ ਪੂਰੀ ਤਰ੍ਹਾਂ ਆਜ਼ਾਦੀ। ਮੈਂ ਆਪਣੀ ਕਲਮ ਦੀ ਧਾਰ ਤੇਜ਼ ਕਰ ਲਈ
ਤੇ ਮੇਰੀ ਕਲਪਨਾ ਦੀ ਉਡਾਰੀ ਹੋਰ ਵੀ ਉੱਚੀ ਹੋਣ ਲੱਗੀ। ਇੰਨੇ ਨੂੰ ਜ਼ਿਲ੍ਹਾ ਪੱਧਰ ਦਾ ਕਵਿਤਾ ਲੇਖਣ ਮੁਕਾਬਲਾ ਆ ਗਿਆ। ਮੇਰੇ ਅਧਿਆਪਕਾਂ ਨੇ ਪ੍ਰਿੰਸੀਪਲ ਮੈਮ ਨੂੰ ਮੇਰਾ ਨਾਂ ਦੇ ਦਿੱਤਾ। ਮੈਂ ਉਸ ਵੇਲੇ 12 ਕੁ ਸਾਲ ਦੀ ਸੀ ਅਤੇ ਪਹਿਲੀ ਵਾਰ ਅਜਿਹੇ ਮੁਕਾਬਲੇ 'ਚ ਹਿੱਸਾ ਲੈਣ ਜਾ ਰਹੀ ਸੀ। ਕੁਝ ਸਹਿਮੀ ਡਰੀ ਹੋਈ ਸੀ ਮੈਂ, ਪਰ ਜਦੋਂ ਮੈਨੂੰ ਵਿਸ਼ਾ ਮਿਲਿਆ ਮੈਂ ਉਸ ਬਾਰੇ ਸੋਚਣਾ ਸ਼ੁਰੂ ਕੀਤਾ ਤਾਂ ਪਤਾ ਹੀ ਨਹੀਂ ਲੱਗਾ ਕਦ ਮੈਂ ਪੂਰੀ ਕਵਿਤਾ ਵੀ ਲਿਖ ਲਈ। ਉਸ ਕਵਿਤਾ ਲਈ ਜ਼ਿਲ੍ਹੇ 'ਚੋਂ ਦੂਜੇ ਪੱਧਰ ਦਾ ਇਨਾਮ ਮਿਲਿਆ ਮੈਨੂੰ। ਹੁਣ ਜਦੋਂ ਮੈਂ ਸਕੂਲ ਆਈ, ਸਾਰੇ ਅਧਿਆਪਕਾਂ ਤੋਂ, ਪ੍ਰਿੰਸੀਪਲ ਮੈਮ ਤੋਂ ਸ਼ਾਬਾਸ਼ ਮਿਲੀ ਅਤੇ ਅਗਲਾ ਮੁਕਾਬਲਾ ਸੀ ਚੰਡੀਗੜ੍ਹ। ਬਹੁਤ ਹੀ ਸ਼ਾਨਦਾਰ ਅਨੁਭਵ ਰਿਹਾ ਉੱਥੋਂ ਦਾ ਵੀ, ਅਤੇ ਉੱਥੇ ਮੈਂ ਪਹਿਲਾ ਇਨਾਮ ਹਾਸਲ ਕੀਤਾ। ਸਾਰੇ ਬਹੁਤ ਹੀ ਖੁਸ਼ ਹੋਏ। ਇਹਨਾਂ ਮੁਕਾਬਲਿਆਂ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਮੈਨੂੰ ਇੱਕ ਤੋਂ ਬਾਅਦ ਇੱਕ ਮੁਕਾਬਲੇ 'ਚ ਹਿੱਸਾ ਲੈਣ ਦਾ ਮੌਕਾ ਮਿਲਣ ਲੱਗਾ। ਅਜੇ ਮੈਂ 13-14 ਸਾਲ ਦੀ ਸੀ ਕਿ ਰਾਜ ਪੱਧਰ ਦੇ ਕਵਿਤਾ ਲਿਖਣ ਮੁਕਾਬਲੇ ਦਾ ਸੱਦਾ ਆ ਗਿਆ, ਜੋ ਕਿ ਭਾਸ਼ਾ ਵਿਭਾਗ ਪਟਿਆਲਾ 'ਚ ਸੀ। ਰਾਜ ਪੱਧਰ ਦਾ ਮੁਕਾਬਲਾ ਹੋਣ ਕਰਕੇ ਹੁਣ ਵਿਦਿਆਰਥੀਆਂ ਦੀ ਗਿਣਤੀ ਵੀ ਜ਼ਿਆਦਾ ਸੀ ਅਤੇ ਭਾਸ਼ਾ ਵਿਭਾਗ ਦੀ ਇੰਨੀ ਵੱਡੀ ਇਮਾਰਤ ਅਤੇ ਇੰਨੇ ਵਿਦਿਆਰਥੀ ਵੇਖ ਕੇ ਮਨ ਕੁਝ ਡੋਲਿਆ ਪਿਆ ਸੀ ਕਿ ਆਪਣਾ ਤਾਂ ਇੱਥੇ ਕੁਝ ਨਹੀਂ ਬਣਨਾ। ਚਲੋ ਸਮਝਾਂਗੇ ਪਟਿਆਲੇ ਦੀ ਸੈਰ ਹੀ ਹੋ ਗਈ। ਵਿਸ਼ਾ ਜੋ ਕਵਿਤਾ ਲਿਖਣ ਲਈ ਮਿਲਿਆ ਉਹ ਵੀ ਬੜਾ ਗੰਭੀਰ। ਦਿਨ ਕਿਉਂ ਅੱਜ ਕੱਲ੍ਹ ਚੜ੍ਹਦੇ ਕਾਲੇ ਨੇ, ਜਿਵੇਂ ਕਿਸੇ ਨੇ ਲੇਖ ਨਾ ਦੇ ਜਾਲੇ ਨੇ। ਮੇਰੀ ਕਿੱਥੇ 13-14 ਸਾਲ ਦੀ ਉਮਰ ਅਤੇ ਵਿਸ਼ਾ ਦੇਵਦਾਸ ਦੀ ਮਨੋਸਥਿਤੀ ਵਾਲਾ। ਚਲੋ ਕੋਈ ਨਾ, ਸੋਚਣਾ ਸ਼ੁਰੂ ਕੀਤਾ। ਮਨ 'ਚ ਇੱਕ ਵਿਚਾਰ ਆਇਆ, ਯਾਦਾਂ ਦੀ ਤਿਜੋਰੀ ਨੂੰ ਅਸਾਂ ਮਾਰ ਰੱਖੇ ਤਾਲੇ ਨੇ, ਜਿਨ੍ਹਾਂ ਕੋਲ ਤੂੰ ਹੈ ਉਹ ਕਿਸਮਤ ਵਾਲੇ ਨੇ। ਯਾਦਾਂ ਦੀ ਤਿਜੋਰੀ ਨੂੰ ਅਸਾਂ ਮਾਰ ਰੱਖੇ ਤਾਲੇ ਨੇ, ਜਿਨ੍ਹਾਂ ਕੋਲ ਤੂੰ ਹੈ ਉਹ ਕਿਸਮਤ ਵਾਲੇ ਨੇ। ਦੁਖੜੇ ਅਸਾਂ ਦਿਲ ਵਾਲੇ ਦਿਲ 'ਚ ਸੰਭਾਲੇ ਨੇ, ਦਿਨ ਕਿਉਂ ਅੱਜ ਕੱਲ੍ਹ ਚੜ੍ਹਦੇ ਕਾਲੇ ਨੇ, ਜਿਵੇਂ ਕਿਸੇ ਨੇ ਲੇਖ ਨਾ ਦੇ ਜਾਲੇ ਨੇ, ਜਿਵੇਂ ਕਿਸੇ ਨੇ ਲੇਖ ਨਾ ਦੇ ਜਾਲੇ ਨੇ। ਲਓ ਜੀ, ਇੱਕ ਬੰਦ ਤਿਆਰ ਹੋਣ ਦੀ ਦੇਰ ਸੀ, ਫਿਰ ਦੂਜਾ, ਤੀਜਾ, ਕਰਦੇ ਕਰਦੇ 4 ਬੰਦ ਬਣ ਗਏ। ਕਵਿਤਾ ਤਿਆਰ। ਨਤੀਜਾ ਸੁਣਨ ਦਾ ਕੋਈ ਮਨ ਤਾਂ ਨਹੀਂ ਸੀ, ਪਰ ਨਾਲ ਸਾਡੀ ਮਿਊਜ਼ਿਕ ਟੀਮ ਵੀ ਗਈ ਹੋਈ ਸੀ। ਉਹਨਾਂ ਦਾ ਵੀ ਨਤੀਜਾ ਆਉਣਾ ਸੀ, ਸੋ ਬਹਿ ਗਏ ਸੁਣਨ। ਪਹਿਲਾਂ ਲੇਖ ਵਾਲਿਆਂ ਦਾ ਨਤੀਜਾ, ਫਿਰ ਮਿਊਜ਼ਿਕ ਵਾਲਿਆਂ ਦਾ। ਫਿਰ ਜਦ ਕਵਿਤਾ ਵਾਲਿਆਂ ਦਾ ਨਤੀਜਾ ਸੁਣਾਉਣ ਲੱਗੇ ਤਾਂ ਜੱਜ ਸਾਹਿਬ ਕਹਿਣ ਲੱਗੇ, ਬਈ ਮੈਂ ਇਹ ਨਤੀਜਾ ਸੁਣਾਉਣ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਮੈਂ ਪਹਿਲੇ ਨੰਬਰ 'ਤੇ ਆਉਣ ਵਾਲੇ ਬੱਚੇ ਲਈ ਹੈਰਾਨ ਹਾਂ ਕਿ ਇੰਨੀ ਛੋਟੀ ਉਮਰ 'ਚ ਇੰਨੀ ਦਰਦ ਭਰੀ ਕਵਿਤਾ ਨੂੰ ਕਿਵੇਂ ਲਿਖਿਆ, ਜਿਵੇਂ ਕਿ ਖੁਦ ਦਰਦ ਨੂੰ ਹੰਢਾਇਆ ਹੋਵੇ। ਮੈਨੂੰ ਹੋਰ ਪੱਕਾ ਯਕੀਨ ਹੋ ਗਿਆ। ਮੈਂ ਮਨ 'ਚ ਹਿਸਾਬ ਕਿਤਾਬ ਲਾਉਣਾ ਸ਼ੁਰੂ ਕਰ ਦਿੱਤਾ ਕਿ ਕਿਸੇ ਨੇ ਵਾਹਵਾ ਵਧੀਆ ਕਵਿਤਾ ਲਿਖੀ ਹੋਣੀ ਹੈ। ਜਦ ਰਿਜ਼ਲਟ ਅਨਾਊਂਸ ਕੀਤਾ ਗਿਆ ਤਾਂ ਉਹ ਪਹਿਲਾ ਸਥਾਨ ਹਾਸਲ ਕਰਨ ਵਾਲੀ ਤੁਹਾਡੀ ਇਹ ਜਸਵਿੰਦਰ ਜੱਸੀ ਹੀ ਸੀ। ਮੈਂ ਅਤੇ ਮੇਰੇ ਅਧਿਆਪਕ ਜੋ ਮੇਰੇ ਨਾਲ ਗਏ ਸੀ ਬਹੁਤ ਹੀ ਖੁਸ਼। ਮੇਰੀ ਆਦਤ ਹੁੰਦੀ ਸੀ ਜੋ ਕਵਿਤਾ ਮੁਕਾਬਲੇ 'ਚ ਲਿਖਣੀ, ਉਹ ਥੋੜ੍ਹੀ ਦੇਰ ਬਾਅਦ ਨਾਲ ਹੀ ਆ ਕੇ ਆਪਣੇ ਕੋਲ ਲਿਖ ਕੇ ਰੱਖ ਲੈਣੀ। ਮੇਰੇ ਪ੍ਰਿੰਸੀਪਲ ਮੈਮ ਦਾ ਸਭ ਤੋਂ ਵਧੀਆ ਉਪਰਾਲਾ ਇਹ ਸੀ, ਜਦ ਵੀ ਮੈਂ ਕਿਤੋਂ ਇਨਾਮ ਲੈ ਕੇ ਆਉਣਾ, ਉਹ ਮੈਨੂੰ ਕਹਿੰਦੇ ਹੁੰਦੇ ਸੀ, ਤੂੰ ਆਪਣੀ ਕਵਿਤਾ ਜਿਸ ਲਈ ਇਨਾਮ ਮਿਲਿਆ ਮਾਈਕ 'ਤੇ ਪੂਰੇ ਸਕੂਲ ਨੂੰ ਸੁਣਾ। ਅਤੇ ਮੈਂ ਸੁਣਾਉਣੀ ਅਤੇ ਉਹਨਾਂ ਨੇ ਇਹਦੀ ਪ੍ਰਸ਼ੰਸਾ ਵਿੱਚ 2 ਸ਼ਬਦ ਕਹਿਣੇ। ਅਤੇ ਜਦ ਤੱਕ ਮੈਂ ਆਪਣੀ ਜਮਾਤ 'ਚ ਪਹੁੰਚਣਾ, ਸਾਰਿਆਂ ਨੇ ਮੈਨੂੰ ਰੋਕ ਰੋਕ ਕੇ ਵਧਾਈ ਦੇਣੀ ਅਤੇ ਕਹਿਣਾ ਕਿ ਬਹੁਤ ਹੀ ਵਧੀਆ ਲਿਖਦੇ ਹੋ ਤੁਸੀਂ। ਅਤੇ ਇਸ ਨਾਲ ਮੇਰਾ ਮਨੋਬਲ ਹੋਰ ਵੀ ਵਧਣਾ। ਸਾਥੀਓ, ਜੇਕਰ ਮੇਰੇ ਅਧਿਆਪਕ ਅਤੇ ਮੇਰੇ ਪ੍ਰਿੰਸੀਪਲ ਮੇਰੇ ਹੁਨਰ ਨੂੰ ਨਾ ਪਛਾਣਦੇ ਤਾਂ ਸ਼ਾਇਦ ਅੱਜ ਮੈਂ ਇੱਕ ਲੇਖਕਾ ਨਾ ਹੁੰਦੀ ਅਤੇ ਮੇਰਾ ਹੁਨਰ ਮੇਰੀਆਂ ਕਾਪੀਆਂ ਦੇ ਪਿਛਲੇ ਪੰਨਿਆਂ 'ਤੇ ਹੀ ਕਿਧਰੇ ਦੱਬਿਆ ਰਹਿ ਜਾਣਾ ਸੀ। ਸਾਥੀਓ, ਇਹ ਤਾਂ ਸਫ਼ਰ ਸੀ ਸਕੂਲ ਤੱਕ ਦਾ। ਹੁਣ ਜਦ ਮੈਂ ਕਾਲਜ 'ਚ ਦਾਖਲਾ ਲਿਆ, ਇੱਥੇ ਅਜੇ ਕੋਈ ਨਹੀਂ ਜਾਣਦਾ ਸੀ, ਨਾ ਮੈਨੂੰ ਅਤੇ ਨਾ ਮੇਰੀ ਰੂਹ ਦੀ ਖੁਰਾਕ ਮੇਰੀ ਕਵਿਤਾ ਨੂੰ। ਪਰ ਮੈਂ ਲਿਖਣਾ ਜਾਰੀ ਰੱਖਿਆ, ਦੋਸਤਾਂ ਬਾਰੇ, ਜ਼ਿੰਦਗੀ ਬਾਰੇ ਅਤੇ ਕਾਲਜ 'ਚ ਅਨੁਭਵ ਬਾਰੇ। ਮੇਰੀ ਉਮਰ ਦੇ ਨਾਲ ਨਾਲ ਮੇਰੇ ਵਿਚਾਰਾਂ, ਮੇਰੀ ਕਲਪਨਾ ਨੇ ਵੀ ਜ਼ਿੰਦਗੀ ਦੇ ਨੌਜਵਾਨ ਪੜਾਅ 'ਚ ਪੈਰ ਧਰ ਲਿਆ ਸੀ। ਮਨ ਦੀ ਚੰਚਲਤਾ ਨੇ ਹੁਣ ਚੰਦ ਦੀਆਂ ਰਿਸ਼ਮਾਂ ਅਤੇ ਤਾਰਿਆਂ ਦੀ ਲੋਅ ਨੂੰ ਮਾਣਨਾ ਸ਼ੁਰੂ ਕਰ ਦਿੱਤਾ ਸੀ। ਦੋਸਤੀ 'ਚੋਂ
ਬਾਗਾਂ ਦੀ ਬਹਾਰ ਤੇ ਫੁੱਲਾਂ ਦੀ ਮਹਿਕ 'ਚੋਂ ਪਿਆਰ ਦਾ ਰਸ ਆਉਣ ਲੱਗਾ। ਬਸ ਜ਼ਿੰਦਗੀ ਦੇ ਗੂੜ੍ਹੇ ਰੰਗਾਂ ਨਾਲ ਰੰਗੀ ਹੋਈ ਕਲਮ ਦੀ ਸਿਆਹੀ ਨਾਲ ਇਸ਼ਕ ਭਿੱਜੇ ਹਰਫਾਂ ਨੂੰ ਕਾਗਜ਼ਾਂ 'ਤੇ ਮੈਂ ਉਕਰਨ ਲੱਗੀ। ਇੱਕ ਵਾਰ ਫੇਰ ਲਿਖਤਾਂ ਨੂੰ ਦੋਸਤਾਂ ਦੀ ਦਾਤ ਮਿਲਣ ਲੱਗੀ ਅਤੇ ਫਿਰ ਕਾਲਜ ਪੱਧਰ ਦੇ ਮੁਕਾਬਲਿਆਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇੰਝ ਹੀ ਕਾਰਵਾਂ ਚੱਲਦਾ ਰਿਹਾ। 23 ਸਾਲ ਦੀ ਉਮਰ 'ਚ ਵਿਆਹ ਹੋ ਗਿਆ। ਲਿਖਣਾ ਨਾ ਛੱਡਿਆ। ਜੀਵਨ ਸਾਥੀ ਬਾਰੇ, ਰਿਸ਼ਤਿਆਂ ਦੇ ਤਾਣੇ ਬਾਣੇ ਬਾਰੇ, ਹੋਰ ਜੋ ਵਿਸ਼ੇ ਮਿਲਦੇ ਗਏ ਲਿਖਦੀ ਗਈ। ਨੰਨੀ ਪਰੀ ਆ ਗਈ ਮੇਰੇ ਘਰ। ਜ਼ਿੰਦਗੀ 'ਚ ਫਿਰ ਉਹਦੇ ਬਾਰੇ ਵੀ ਲਿਖਿਆ। ਫਿਰ ਅਧਿਆਪਕ ਦੇ ਤੌਰ 'ਤੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ 1999 'ਚ। ਹੁਣ ਪੜ੍ਹਾਉਂਦੇ ਹੋਏ ਜਦ ਕਦੀ ਕਿਸੇ ਵਿਸ਼ੇ 'ਤੇ ਲੋੜ ਪੈਣੀ ਤਾਂ ਝਟਪਟ ਕਵਿਤਾ ਤਿਆਰ ਕਰ ਲੈਣੀ, ਵਿਦਿਆਰਥੀਆਂ ਨੂੰ ਦੇ ਦੇਣੀ ਅਤੇ ਉਹਨਾਂ ਨੂੰ ਵੀ ਸਿਖਾਉਣਾ ਕਿ ਕਿਵੇਂ 2 ਲਾਈਨਾਂ ਤੋਂ ਅਸੀਂ ਅੱਗੇ ਬਾਕੀ ਕਵਿਤਾ ਤਿਆਰ ਕਰਨੀ ਹੈ। ਹੁਣ ਜਦ ਦਿਨ ਤਿਉਹਾਰ 'ਤੇ ਕਵਿਤਾ ਲਿਖਣੀ ਤਾਂ ਡਾਇਰੀ 'ਚ ਨੋਟ ਕਰਕੇ ਰੱਖ ਲੈਣੀ। ਹੁਣ ਜੋ ਦੋਸਤ ਮਿੱਤਰ ਸਭ ਜਾਣਦੇ ਸੀ ਕਿ ਮੈਂ ਲਿਖਦੀ ਹਾਂ, ਉਹਨਾਂ ਦੇ ਸਮੇਂ-ਸਮੇਂ ਫੋਨ ਆਉਣੇ ਸ਼ੁਰੂ ਹੋ ਗਏ। ਦੀਵਾਲੀ 'ਤੇ ਕਵਿਤਾ ਲਿਖ ਦਿਓ, ਗਾਂਧੀ ਜਯੰਤੀ 'ਤੇ ਲਿਖ ਦਿਓ, ਕ੍ਰਿਸਮਸ 'ਤੇ ਲਿਖ ਦਿਓ। ਤਾਂ ਇੱਕ ਦਿਨ ਮੇਰੇ ਮਨ 'ਚ ਵਿਚਾਰ ਆਇਆ ਕਿ ਬੱਚਿਆਂ ਨੂੰ ਇੰਟਰਨੈੱਟ 'ਤੇ ਇੰਗਲਿਸ਼ ਹਿੰਦੀ 'ਚ ਤਾਂ ਕਵਿਤਾਵਾਂ ਬੜੀ ਆਸਾਨੀ ਨਾਲ ਮਿਲ ਜਾਂਦੀਆਂ, ਪਰ ਪੰਜਾਬੀ 'ਚ ਨਹੀਂ ਮਿਲਦੀਆਂ। ਕਿਉਂ ਨਾ ਮੈਂ ਇੱਕ ਵਾਰੀ ਮਹੀਨੇਵਾਰ ਲੜੀਬੱਧ ਤਰੀਕੇ ਨਾਲ ਸਾਰੀਆਂ ਕਵਿਤਾਵਾਂ ਦੀ ਇੱਕ ਪੁਸਤਕ ਹੀ ਤਿਆਰ ਕਰ ਲਵਾਂ, ਜਿਸ ਵਿੱਚ ਸਿਰਫ ਤਿਉਹਾਰ ਹੀ ਨਹੀਂ ਬਲਕਿ ਮਹੱਤਵਪੂਰਨ ਦਿਵਸ ਜਿਵੇਂ ਔਰਤ ਦਿਵਸ, ਧਰਤੀ ਦਿਵਸ, ਸਾਖਰਤਾ ਦਿਵਸ, ਉਹਨਾਂ ਬਾਰੇ ਵੀ ਕਵਿਤਾਵਾਂ ਹੋਣ। ਬਸ ਫੇਰ ਕੀ ਸੀ, ਮੈਂ ਇਹਨੂੰ ਕਲਮਬੱਧ ਕਰਨ ਲਈ ਆਪਣੀ ਕਮਰ ਕੱਸ ਲਈ। ਸਭ ਤੋਂ ਪਹਿਲਾਂ ਮੈਂ ਸੂਚੀ ਤਿਆਰ ਕੀਤੀ ਕਿ ਅਸੀਂ ਪੂਰੇ ਸਾਲ ਵਿੱਚ ਕਿਹੜੇ-ਕਿਹੜੇ ਤਿਉਹਾਰ ਅਤੇ ਕਿਹੜੇ-ਕਿਹੜੇ ਦਿਨ ਕਦੋਂ ਮਨਾਉਂਦੇ ਹਾਂ। ਫਿਰ ਉਹਨਾਂ ਨਾਲ ਸੰਬੰਧਿਤ ਰੋਜ਼ ਦੀਆਂ 1-1, 2-2 ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਕਿਸੇ ਵਿਸ਼ੇ 'ਤੇ ਤਾਂ ਇੱਕ ਦੀ ਥਾਂ 2-2 ਕਵਿਤਾਵਾਂ ਵੀ ਲਿਖੀਆਂ। ਫਿਰ ਉਹਨਾਂ ਨੂੰ ਮਹੀਨਿਆਂ ਅਤੇ ਤਰੀਕਾਂ ਦੇ ਹਿਸਾਬ ਨਾਲ ਲੜੀਬੱਧ ਕਰਨਾ ਸ਼ੁਰੂ ਕੀਤਾ। ਜਿਵੇਂ ਜਨਵਰੀ ਵਿੱਚ ਸਭ ਤੋਂ ਪਹਿਲਾਂ ਨਵੇਂ ਸਾਲ ਬਾਰੇ, ਫਿਰ ਲੋਹੜੀ ਬਾਰੇ, ਫਿਰ 26 ਜਨਵਰੀ ਬਾਰੇ, ਫਿਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਬਾਰੇ। ਇਸ ਪ੍ਰਕਾਰ ਉਹਨਾਂ ਨੂੰ ਲੜੀਬੱਧ ਤਰੀਕੇ ਨਾਲ ਕੀਤਾ। ਜਦੋਂ ਦਸੰਬਰ ਦੀ ਕ੍ਰਿਸਮਸ ਤੱਕ ਸਾਰੇ ਤਿਉਹਾਰ ਪੂਰੇ ਹੋ ਗਏ ਤਾਂ ਮੈਨੂੰ ਲੱਗਾ ਕਿ ਅਜੇ ਕਵਿਤਾਵਾਂ ਕੁਝ ਘੱਟ ਨੇ। ਫਿਰ ਮੈਂ ਕੁਝ ਮਹੱਤਵਪੂਰਨ ਵਿਸ਼ੇ ਹੋਰ ਲਏ ਜੋ ਬੜੇ ਹੀ ਜ਼ਰੂਰੀ ਹੁੰਦੇ ਨੇ ਵਿਦਿਆਰਥੀਆਂ ਲਈ। ਸਕੂਲਾਂ 'ਚ ਬੜੀ ਲੋੜ ਪੈਂਦੀ ਹੈ ਜਿਨ੍ਹਾਂ ਦੀ, ਸਕੂਲ ਵਿੱਚ ਜਦੋਂ ਮੁਕਾਬਲੇ ਕਰਵਾਏ ਜਾਂਦੇ ਆ, ਅਤੇ ਮੈਂ ਉਹਨਾਂ ਵਿਸ਼ਿਆਂ ਨੂੰ ਲੈ ਕੇ ਕੁਝ ਹੋਰ ਕਵਿਤਾਵਾਂ ਲਿਖੀਆਂ ਅਤੇ ਉਹਨਾਂ ਨੂੰ ਵੀ ਫਿਰ ਇਸ ਪੁਸਤਕ ਵਿੱਚ ਸ਼ਾਮਲ ਕੀਤਾ। ਇਸ ਤਰ੍ਹਾਂ ਕਰਦੇ ਕਰਦੇ ਕੋਈ 50-55 ਕਵਿਤਾਵਾਂ ਦੀ ਬਹੁਤ ਹੀ ਸੋਹਣੀ ਪੁਸਤਕ ਤਿਆਰ ਹੋ ਗਈ। ਬਹੁਤ ਹੀ ਖੁਸ਼ੀ ਮਹਿਸੂਸ ਹੋਈ ਮੈਨੂੰ ਜਦ ਪੁਸਤਕ ਦਾ ਪੂਰਾ ਖਰੜਾ ਤਿਆਰ ਹੋ ਗਿਆ। ਸਾਥੀਓ, ਸੱਚ ਪੁੱਛੋ ਤਾਂ ਪੁਸਤਕ ਲਿਖਦੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਸੀ। ਹਰ ਵਿਸ਼ੇ ਬਾਰੇ ਪਹਿਲਾਂ ਵਿਸਥਾਰ ਨਾਲ ਪੜ੍ਹਨਾ, ਫਿਰ ਉਸ ਬਾਰੇ ਕਵਿਤਾ ਲਿਖਣੀ, ਸਹੀ ਸ਼ਬਦ ਜੋੜ ਵੇਖਣੇ। ਪੁਸਤਕ ਦਾ ਨਾਂ ਵੀ ਮੈਂ ਖੁਦ ਹੀ ਰੱਖਿਆ ਸੀ, ਸੁਹਾਵੀਆਂ ਰੁੱਤਾਂ ਦਿਨ ਸੁਹੇਲੜੇ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ ਦਵਿੰਦਰ ਦਿਲਰੂਪ ਜੀ, ਉਹਨਾਂ ਨਾਲ ਮੇਰੀ ਗੂੜ੍ਹੀ ਦੋਸਤੀ ਸੀ। ਉਹ ਪੰਜਾਬੀ ਲੇਖਿਕਾ ਵੀ ਨੇ। ਉਹਨਾਂ ਕੋਲੋਂ ਆਪਣੀਆਂ ਲਿਖਤਾਂ ਸੋਧ ਲਈ ਭੇਜੀਆਂ ਅਤੇ ਉਹਨਾਂ ਦਾ ਫੋਨ ਆਇਆ ਕਿ ਜਸਵਿੰਦਰ, ਤੁਹਾਡੀਆਂ ਲਿਖਤਾਂ ਪੜ੍ਹ ਕੇ ਮਨ ਬਹੁਤ ਹੀ ਪ੍ਰਸੰਨ ਹੋਇਆ ਅਤੇ ਮੈਨੂੰ ਇਹ ਬਹੁਤ ਹੀ ਚੰਗੀਆਂ ਲੱਗੀਆਂ ਨੇ। ਫਿਰ ਉਹਨਾਂ ਨੇ ਮੇਰੀ ਪੁਸਤਕ ਦਾ ਮੁੱਖਬੰਧ ਲਿਖਿਆ ਅਤੇ ਉਹਦੇ ਉੱਪਰ ਹੈਡਿੰਗ ਦਿੱਤਾ, ਕਵਿਤਾਵਾਂ ਦਾ ਗੁਲਦਸਤਾ। ਬਸ ਫਿਰ ਕੀ ਸੀ, ਪੁਸਤਕ ਛਪਾਈ ਲਈ ਭੇਜ ਦਿੱਤੀ। ਮੇਰੀ ਇਹ ਖਾਹਿਸ਼ ਸੀ ਕਿ ਮੇਰੀ ਪੁਸਤਕ ਬਹੁਤ ਹੀ ਸੁੰਦਰ, ਆਕਰਸ਼ਕ ਰੰਗਾਂ ਅਤੇ ਤਸਵੀਰਾਂ ਵਾਲੀ ਬਾਲ ਪੁਸਤਕ ਹੋਵੇ ਜੋ ਬੱਚਿਆਂ ਨੂੰ ਬੜੀ ਪਸੰਦ ਆਵੇ। ਅਤੇ ਮੈਂ ਆਪਣੇ ਪਬਲਿਸ਼ਰ ਕੋਲੋਂ ਇੱਕ ਪੇਜ ਮੰਗਵਾ ਕੇ ਆਪ ਤਸਵੀਰਾਂ ਚੁਣ ਕੇ ਭੇਜਦੀ ਰਹੀ ਕਿ ਇੰਝ ਨਹੀਂ ਇੰਝ ਹੋਵੇ, ਇੱਥੇ ਇਹ ਨਹੀਂ ਇਹ ਲਗਾਓ। ਬਸ ਸਮਝ ਲਓ ਜਿਵੇਂ ਦਿਨ ਰਾਤ ਇੱਕ ਕਰ ਦਿੱਤਾ ਮੈਂ ਇਸ ਪੁਸਤਕ ਵਾਸਤੇ। ਅਤੇ ਸੱਚਮੁੱਚ ਬਹੁਤ ਹੀ ਵਧੀਆ ਪੁਸਤਕ ਬਣ ਕੇ ਆਈ ਮੇਰੇ ਹੱਥ ਵਿੱਚ, ਸੁਹਾਵੀਆਂ ਰੁੱਤਾਂ ਦਿਨ ਸੁਹੇਲੜੇ। ਇਹਦਾ ਇਹ ਨਾਂ ਤਾਂ ਰੱਖਿਆ ਸੀ ਕਿਉਂਕਿ ਰੁੱਤਾਂ ਤਿਉਹਾਰਾਂ ਦੇ ਨਾਲ ਸੁਹੇਲੜੇ ਦਿਵਸ ਭਾਵ ਮਹੱਤਵਪੂਰਨ ਦਿਨਾਂ ਬਾਰੇ ਵੀ ਇਹਦੇ 'ਚ ਕਵਿਤਾਵਾਂ ਸ਼ਾਮਲ ਕੀਤੀਆਂ ਸੀ। ਪੁਸਤਕ ਦੀ ਪਹਿਲੀ ਕਾਪੀ ਹੱਥ 'ਚ ਫੜ ਕੇ ਸੱਚਮੁੱਚ ਇੰਨੀ ਖੁਸ਼ੀ ਮਹਿਸੂਸ ਹੋ ਰਹੀ ਸੀ ਜਿਵੇਂ ਇੱਕ ਮਾਂ ਨੂੰ ਆਪਣੇ ਪਹਿਲੇ ਬੱਚੇ ਦੀ ਖੁਸ਼ੀ ਹੁੰਦੀ ਹੈ। ਸਾਥੀਓ, ਪੁਸਤਕ ਦੀ ਛਪਾਈ ਤੋਂ ਬਾਅਦ
ਸਭ ਤੋਂ ਵੱਡੀ ਚਿੰਤਾ ਇਹ ਹੁੰਦੀ ਏ ਕਿ ਇਹ ਵਧੀਆ ਤਰੀਕੇ ਨਾਲ ਰਿਲੀਜ਼ ਕੀਤੀ ਜਾਵੇ, ਅਤੇ ਮੇਰੀ ਚਿੰਤਾ ਵੀ ਇਹੀ ਸੀ। ਮੈਂ ਇਸ ਪੁਸਤਕ ਨੂੰ ਰਿਲੀਜ਼ ਕਰਨ ਲਈ ਪੰਜਾਬੀ ਦੇ ਸ਼੍ਰੋਮਣੀ ਕਵੀ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ ਨੂੰ ਲੁਧਿਆਣੇ ਸੱਦਾ ਪੱਤਰ ਭੇਜਿਆ। 26 ਮਈ 2019 ਨੂੰ ਪਾਤਰ ਸਾਹਿਬ ਨੇ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਆ ਕੇ ਆਪਣੇ ਹੱਥੀਂ ਇਸ ਪੁਸਤਕ ਨੂੰ ਰਿਲੀਜ਼ ਕੀਤਾ। ਫੋਕਲੋਰ ਰਿਸਰਚ ਅਕੈਡਮੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਲੇਖਕਾਂ ਨੇ ਆਪਣਾ ਪੂਰਾ ਸਹਿਯੋਗ ਦਿੱਤਾ। ਇਸ ਮੌਕੇ 'ਤੇ ਮੈਂ ਆਪਣੇ ਲਿਖੇ ਹੋਏ ਕਾਵ ਬੰਦਾਂ ਦੇ ਸਨਮਾਨ ਚਿੰਨ੍ਹ ਬਣਵਾਏ ਹੋਏ ਸੀ। ਉਹਨਾਂ ਨਾਲ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਅਤੇ ਇਹ ਵਧੀਆ ਸ਼ਲਾਘਾਯੋਗ ਸਮਾਗਮ ਰਿਹਾ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਦਿਨ ਬਣਿਆ। ਇਸ ਤੋਂ ਬਾਅਦ ਮੈਂ ਦੂਸਰੀ ਪੁਸਤਕ ਲਿਖੀ, ਕਲਾਮ ਨੂੰ ਸਲਾਮ। ਮੈਂ ਵੇਖਿਆ ਕਿ ਬੱਚਿਆਂ ਨੂੰ ਇੰਟਰਨੈੱਟ 'ਤੇ ਹਿੰਦੀ ਅਤੇ ਇੰਗਲਿਸ਼ ਵਿੱਚ ਕਲਾਮ ਜੀ ਦੇ ਅਨਮੋਲ ਵਚਨ ਮਿਲ ਜਾਂਦੇ ਨੇ, ਪਰ ਪੰਜਾਬੀ 'ਚ ਨਹੀਂ ਮਿਲਦੇ। ਇਸ ਕਰਕੇ ਮੈਂ ਇਹ ਬੀੜਾ ਚੁੱਕਿਆ ਕਿ ਮੈਂ ਤਿੰਨੋਂ ਭਾਸ਼ਾ ਵਿੱਚ ਕਲਾਮ ਜੀ ਦੇ ਜਿਹੜੇ ਅਨਮੋਲ ਵਚਨ ਨੇ ਉਹ ਲਿਖਣੇ ਨੇ, ਅਤੇ ਉਸ ਪੁਸਤਕ ਦਾ ਮੈਂ ਨਾਂ ਰੱਖਿਆ ਕਲਾਮ ਨੂੰ ਸਲਾਮ। ਡਾਕਟਰ APJ ਅਬਦੁਲ ਕਲਾਮ ਜੀ ਦੇ ਬਹੁਤ ਸਾਰੇ ਪ੍ਰੇਰਨਾਦਾਇਕ ਕੋਟਸ ਨੇ, ਮੋਟੀਵੇਸ਼ਨਲ ਕੋਟਸ ਨੇ, ਅਤੇ ਉਹਨਾਂ ਨੂੰ ਮੈਂ ਸਭ ਤੋਂ ਪਹਿਲਾਂ ਪੰਜਾਬੀ 'ਚ, ਫਿਰ ਹਿੰਦੀ 'ਚ ਅਤੇ ਫਿਰ ਇੰਗਲਿਸ਼ ਵਿੱਚ, ਤਿੰਨਾਂ ਭਾਸ਼ਾ ਵਿੱਚ ਇਹਨਾਂ ਜਿਹੜੀ ਪੁਸਤਕ ਹੈ ਕਲਾਮ ਨੂੰ ਸਲਾਮ, ਉਹਦੇ ਵਿੱਚ ਇਹਨਾਂ ਨੂੰ ਲਿਖਿਆ ਹੈ। ਸਾਥੀਓ, ਇਹ ਸੀ ਮੇਰਾ ਹੁਣ ਤੱਕ ਦਾ ਸਾਹਿਤਕ ਸਫ਼ਰ। ਆਸ ਕਰਦੀ ਹਾਂ ਤੁਹਾਡੇ ਸਾਰੇ ਦੋਸਤਾਂ ਦੀਆਂ ਦੁਆਵਾਂ ਨਾਲ ਮੈਂ ਅੱਗੋਂ ਹੋਰ ਵੀ ਪੁਸਤਕਾਂ ਲਿਖਾਂਗੀ। ਪਰਮਾਤਮਾ ਮੇਰੀ ਕਲਮ ਨੂੰ ਬਲ ਬਖਸ਼ੇ ਅਤੇ ਮੈਂ ਹੋਰ ਕਵਿਤਾਵਾਂ ਦੇ ਗੁਲਦਸਤੇ ਤੁਹਾਡੇ ਸਾਰਿਆਂ ਦੀ ਝੋਲੀ 'ਚ ਪਾਉਂਦੀ ਰਹਾਂ। ਮੈਂ ਪੰਜਾਬੀ ਦੀ ਅਧਿਆਪਕਾ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੇ ਜੀਵਨ ਵਿੱਚ ਪੰਜਾਬੀ ਸਾਹਿਤ ਲਈ ਵੱਧ ਤੋਂ ਵੱਧ ਯੋਗਦਾਨ ਪਾਵਾਂ। ਧੰਨਵਾਦ।